ਸੋ ਪ੍ਰੋਫੈਸਰ ਸਾਹਿਬ ਯੂਨੀਵਰਸਿਟੀ ਬੰਦ ਹੈ, ਨਾਲੋਂ ਨਾਲ ਸੈਨੇਟ ਦੀਆਂ ਗ੍ਰੈਜੂਏਸ਼ਨ ਹਲਕੇ ਦੀਆਂ ਚੋਣਾਂ ਨਹੀਂ ਹੋ ਰਹੀਆਂ। ਸੋ ਐਡਾ ਵੱਡਾ ਹੱਲਾ ਅੱਜ ਬੋਲਿਆ ਗਿਆ ਹੈਗਾ। ਤੁਹਾਨੂੰ ਕੀ ਲੱਗਦਾ ਹੈ ਕਿ ਵਾਈਸ ਚਾਂਸਲਰਸ ਕੁਝ ਬੋਲਣਗੇ ਜੋ ਲੰਮੇ ਸਮੇਂ ਤੋਂ ਚੁੱਪ ਚੱਲ ਰਹੇ? ਇਹ ਰਾਜਕੁਮਾਰ ਕੋਈ ਇਹੋ ਜਿਹਾ ਹੀਰਾ ਲੱਭ ਕੇ ਇੱਥੇ ਵੀਸੀ ਲਾਤਾ। 3 ਸਾਲ ਇਹਦੇ ਪੂਰੇ ਹੋਣ ਤੋਂ ਪਹਿਲਾਂ ਹੀ ਇਹਨੂੰ 3 ਸਾਲ ਦੀ ਐਕਸਟੈਂਸ਼ਨ ਵੀ ਮਿਲ ਗਈ ਹੈ। ਇਸ ਦੇ ਕੰਨ 'ਚ ਮੈਨੂੰ ਲੱਗਦਾ ਦਿੱਲੀੋਂ ਫੂਕ ਮਾਰ ਕੇ ਭੇਜਿਆ ਗਿਆ ਕਿ ਇਹ ਯੂਨੀਵਰਸਿਟੀ ਨੂੰ ਚੱਲਣ ਨਹੀਂ ਦੇਣਾ, ਇਹਦੀਆਂ ਬ੍ਰੇਕਾਂ ਲਵਾਉਣੀਆਂ। ਇਹ ਪਹਿਲੀ ਵਾਰੀਆਂ ਕਿ ਵੇਲੇ ਸਿਰ ਇੱਥੇ ਦੀਆਂ ਸੈਨੇਟ ਦੀਆਂ ਚੋਣਾਂ ਨਾ ਹੋਣ। ਸੈਨੇਟ ਦੀ ਜਿਹੜੀ ਇੱਥੇ ਦੀ ਗਵਰਨਿੰਗ ਬਾਡੀ ਹੈ, ਫਿਰ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਸਾਲ ਹੋ ਗਿਆ ਉੱਥੇ ਚੋਣਾਂ ਹੀ ਨਹੀਂ ਕਰਵਾਈਆਂ ਤੇ ਸਾਰੀਆਂ ਪਾਵਰਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਆਪਣੇ ਕੋਲ ਲੈ ਲਈਆਂ। ਮੈਨੂੰ ਲੱਗਦਾ ਕਿ ਇਸ ਨੂੰ ਇਹ ਯੂਨੀਵਰਸਿਟੀ ਨੂੰ ਵਧਣ ਫੁੱਲਣ ਤੇ ਨਵੀਆਂ ਮੰਜ਼ਿਲਾਂ ਛੂਹਣ ਦੇ ਮਕਸਦ ਦੇ ਨਾਲ ਨਹੀਂ ਲਾਇਆ ਗਿਆ, ਸਗੋਂ ਇਸ ਕਰਕੇ ਲਾਇਆ ਗਿਆ ਕਿ ਇਹ ਯੂਨੀਵਰਸਿਟੀ ਕਿਵੇਂ ਕਿਸੇ ਕਾਰਪੋਰੇਟ ਘਰਾਣੇ ਦੇ ਹੱਥ ਫੜਾਉਣੀ ਹੈ, ਕਿ ਇਹ ਵੀਸੀ ਚੋਣਾਂ ਨਹੀਂ ਕਰਾਉਣਾ ਚਾਹੁੰਦਾ। ਜਿਸ ਦਿਨ ਚੋਣਾਂ ਹੋ ਗਈਆਂ, ਸੈਨੇਟ ਹੋ ਗਈ, ਜਿਵੇਂ ਪਾਰਲੀਮੈਂਟ ਨੂੰ ਜਵਾਬ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦੇਣਾ ਪੈਂਦਾ, ਇਹਨੂੰ ਵੀ ਵੀਸੀ ਨੂੰ ਇਸ ਸਾਡੀ ਸੈਨੇਟ ਨੂੰ ਜਵਾਬਦੇਹੀ ਹੋਊਗੀ, ਜਵਾਬ ਦੇਣਾ ਪਊਗਾ। ਉਦੋਂ ਡਰਦਾ ਮਾਰਾ ਹੀ ਨਹੀਂ ਚੋਣਾਂ ਕਰਾ ਰਹੇ। ਤੇ ਸੂਬਾ ਸਰਕਾਰਾਂ ਫੰਡ ਨਹੀਂ ਦੇ ਰਹੀਆਂ, ਇਸ ਪਾਲਿਸੀ ਦੇ ਉੱਪਰ ਕਿਉਂ ਚੱਲ ਰਹੀਆਂ ਨੇ ਸਰਕਾਰਾਂ ਜਿਹੜੀਆਂ ਨੇ? ਇੱਕ ਤੇ ਦੇਖੋ ਬੜੀ ਗੱਲ ਸਾਫ਼ ਆ ਕਿ ਸਾਰੀਆਂ ਸਰਕਾਰਾਂ ਆਮ ਕਰਕੇ ਇਹ ਸੋਚ ਰਹੀਆਂ, ਆਮ ਕਰਕੇ ਬਹੁਤੀਆਂ ਸਰਕਾਰਾਂ ਕਹਿ ਲਓ, ਜੇ ਸਾਰੀਆਂ ਨਹੀਂ ਤੇ ਉਹ ਇਹ ਸੋਚਦੀਆਂ ਕਿ ਜਿੰਨੇ ਵੀ ਲੋਕ ਕਮਜ਼ੋਰ ਰਹਿਣਗੇ, ਲਾਚਾਰ ਰਹਿਣਗੇ, ਲਤਾੜੇ ਰਹਿਣਗੇ, ਨਿਰਬਲ ਰਹਿਣਗੇ ਔਰ ਉਹ ਐਨਲਾਈਟਨਡ ਨਹੀਂ ਹੋਣਗੇ, ਬੁੱਧੂ ਹੋਣਗੇ, ਜਿਹਨੂੰ ਇੰਜ ਕਹਿ ਲਓ, ਬੇਵਕੂਫ ਹੋਣਗੇ, ਉਹਨਾਂ ਹੀ ਉਹਨਾਂ ਨੂੰ ਉਹਨਾਂ ਦੇ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਵਾਂਗੂ ਰਾਜ ਕਰਨਾ ਸੌਖਾ ਹੋਊਗਾ। 63,000 ਕੁਇੰਟਲ ਉੱਥੇ ਫੀਮ ਪੈਦਾ ਹੋਣੀ ਹੈ ਐਤਕੀ, ਇਹਦੇ ਤੋਂ ਉੱਪਰ ਵੀ ਹੋ ਸਕਦੀ ਹੈ, ਜੋ ਕੋਈ 8,000 ਕੁਇੰਟਲ ਵੀ ਕਹਿੰਦਾ ਆ। ਇੰਨੀ ਵੱਡੀ ਪੱਧਰ ਦੇ ਉੱਤੇ ਭੁੱਕੀ ਜਿਹੜੀ ਆ ਉਹ ਪੈਦਾ ਹੁੰਦੀ ਆ। ਉਹ ਨਸ਼ਿਆਂ ਦੇ ਉੱਤੇ ਸਾਰੇ ਲੋਕ ਕੁਛ ਲੱਗ ਗਏ, ਕੁਛ ਉੱਤੇ ਨਸ਼ਿਆਂ ਦਾ ਵਪਾਰ, ਇਹੀ ਵੱਡੀ ਇਕਨੋਮੀ ਬਣ ਗਈ ਉੱਥੇ, ਔਰ ਉਹਨੂੰ ਵੇਚ ਕੇ ਬੰਦੂਕਾਂ ਚੱਕ ਲਈਆਂ। ਔਰ ਬੰਦੂਕਾਂ ਦਾ ਹਾਲਤ ਇਹ ਹੈ ਕਿ ਅੱਜ ਉਹਨਾਂ ਨੇ ਅਮਰੀਕਾ ਦੀ ਤੇ ਇੰਗਲੈਂਡ ਦੀ ਦੋਵਾਂ ਦੇ ਦੇਸ਼ਾਂ ਦੀਆਂ ਗੋਡਣੀਆਂ ਲਵਾਈਆਂ, ਭੱਜ ਗਏ ਦੁੰਬ ਦਬਾ ਕੇ ਉੱਥੋਂ। ਉਹ ਕਹਿੰਦੇ ਕਿ ਇਹਨਾਂ ਨਾਲ ਅਸੀਂ ਗੱਲ ਨਹੀਂ ਕਰ ਸਕਦੇ। ਇਹ ਸਾਡੇ ਦੇਸ਼ 'ਚ ਆਉਣ ਵਾਲੇ ਹਾਲਾਤ ਇਹੋ ਜਿਹੇ ਬਣਨ ਵਾਲੇ ਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਵੀ ਪ੍ਰੋਟੈਸਟ ਹੁੰਦੇ ਰਹੇ ਨੇ, ਉਹ ਫੀਸਾਂ ਦੇ ਵਾਧੇ ਨੂੰ ਲੈ ਕੇ ਹੁੰਦੇ ਰਹੇ ਨੇ ਜਾਂ ਹੋਰ ਵਿਦਿਆਰਥੀਆਂ ਦੇ ਮਸਲੇ ਨੂੰ ਲੈ ਕੇ। ਪਰ ਹੁਣ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਹ ਇਸ ਦੇ ਵਜੂਦ ਨੂੰ ਲੈ ਕੇ ਚੱਲ ਰਿਹਾ ਹੈ, ਅਧਿਕਾਰਾਂ ਦੀ ਲੜਾਈ ਨੂੰ ਲੈ ਕੇ ਚੱਲ ਰਿਹਾ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ, ਜਿਹੜੇ ਕਿ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਵੀ ਰਹੇ ਨੇ ਐਜ਼ ਏ ਪ੍ਰੋਫੈਸਰ। ਇਸ ਯੂਨੀਵਰਸਿਟੀ ਦੇ ਨਾਲ ਗੂੜਾ ਇਹਨਾਂ ਦਾ ਰਿਸ਼ਤਾ ਹੈ ਤੇ ਹੁਣੇ ਵੀ ਜਿਸ ਤਰ੍ਹਾਂ ਸਮਾਜਿਕ ਕੰਮਾਂ ਦੇ ਵਿੱਚ ਬਾਕੀਆਂ 'ਚ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ, ਹੁਣ ਯੂਨੀਵਰਸਿਟੀ ਦੇ ਮਸਲੇ ਤੇ ਉਹ ਵੀ ਡਟੇ ਹੋਏ ਨੇ। ਸੋ ਪ੍ਰੋਫੈਸਰ ਸਾਹਿਬ ਯੂਨੀਵਰਸਿਟੀ ਬੰਦ ਹੈ, ਨਾਲੋਂ ਨਾਲ ਸੈਨੇਟ ਦੀਆਂ ਗ੍ਰੈਜੂਏਸ਼ਨ ਹਲਕੇ ਦੀਆਂ ਚੋਣਾਂ ਨਹੀਂ ਹੋ ਰਹੀਆਂ। ਸੋ ਐਡਾ ਵੱਡਾ ਹੱਲਾ ਅੱਜ ਬੋਲਿਆ ਗਿਆ ਹੈਗਾ। ਤੁਹਾਨੂੰ ਕੀ ਲੱਗਦਾ ਹੈ ਕਿ ਵਾਈਸ ਚਾਂਸਲਰਸ ਕੁਝ ਬੋਲਣਗੇ ਜੋ ਲੰਮੇ ਸਮੇਂ ਤੋਂ ਚੁੱਪ ਚੱਲ ਰਹੇ? ਇਹ ਰਾਜਕੁਮਾਰ ਕੋਈ ਇਹੋ ਜਿਹਾ ਹੀਰਾ ਲੱਭ ਕੇ ਇੱਥੇ ਵੀਸੀ ਲਾਤਾ। 3 ਸਾਲ ਇਹਦੇ ਪੂਰੇ ਹੋਣ ਤੋਂ ਪਹਿਲਾਂ ਹੀ ਇਹਨੂੰ 3 ਸਾਲ ਦੀ ਐਕਸਟੈਂਸ਼ਨ ਵੀ ਮਿਲ ਗਈ ਹੈ। ਇਸ ਦੇ ਕੰਨ 'ਚ ਮੈਨੂੰ ਲੱਗਦਾ ਦਿੱਲੀੋਂ ਫੂਕ ਮਾਰ ਕੇ ਭੇਜਿਆ ਗਿਆ ਕਿ ਇਹ ਯੂਨੀਵਰਸਿਟੀ ਨੂੰ ਚੱਲਣ ਨਹੀਂ ਦੇਣਾ, ਇਹਦੀਆਂ ਬ੍ਰੇਕਾਂ ਲਵਾਉਣੀਆਂ। ਹੁੰਦਾ ਤੇ ਇਹ ਆ ਕਿ ਬੈਸਟ ਆਦਮੀ ਦੇਸ਼ਾਂ ਵਿਦੇਸ਼ਾਂ 'ਚੋਂ ਲੱਭ ਕੇ ਕਿਸੇ ਨੂੰ ਵੀ ਵੀਸੀ ਲਾਇਆ ਜਾਂਦਾ, ਪਰ ਇਸ ਵੀਸੀ ਦੀ ਤੇ ਸਾਨੂੰ ਹਾਲਾਤ ਇਹ ਲੱਗਦੀ ਹੈ ਕਿ ਉਹ ਲੱਭਿਆ ਹੀ ਇਸ ਕਰਕੇ ਕਿ ਕਿਤੇ ਯੂਨੀਵਰਸਿਟੀ ਚੱਲ ਨਾ ਜਾਏ। ਜਿਸ ਦਿਨ ਦਾ ਆਇਆ ਯੂਨੀਵਰਸਿਟੀ ਥੱਲੇ ਗਈ ਹੈ। ਇਸ ਯੂਨੀਵਰਸਿਟੀ ਦੇ ਇਤਿਹਾਸ 'ਚ ਇਹ ਪਹਿਲੀ ਵਾਰੀਆਂ ਕਿ ਵੇਲੇ ਸਿਰ ਇੱਥੇ ਦੀਆਂ ਸੈਨੇਟ ਦੀਆਂ ਚੋਣਾਂ ਨਾ ਹੋਣ। ਸੈਨੇਟ ਦੀ ਜਿਹੜੀ ਇੱਥੇ ਦੀ ਗਵਰਨਿੰਗ ਬਾਡੀ ਹੈ, ਫਿਰ ਇਹਦਾ ਮਤਲਬ ਇਹ ਹੈ ਕਿ ਜੇ ਤੁਸੀਂ ਸਾਲ ਹੋ ਗਿਆ ਉੱਥੇ ਚੋਣਾਂ ਹੀ ਨਹੀਂ ਕਰਵਾਈਆਂ ਤੇ ਸਾਰੀਆਂ ਪਾਵਰਾਂ ਜਿਹੜੀਆਂ ਯੂਨੀਵਰਸਿਟੀ ਦੀਆਂ ਆਪਣੇ ਕੋਲ ਲੈ ਲਈਆਂ। ਹੁਣ ਉਹ ਪਾਵਰਾਂ ਛੱਡਣੀਆਂ ਨਹੀਂ ਚਾਹੁੰਦਾ। ਇੱਥੇ ਲੋਕ ਕਹਿ ਰਿਹਾ ਕਿ ਤੁਸੀਂ ਚੋਣਾਂ ਕਰਾਓ, ਜਵਾਬਦੇਹੀ ਹੋਵੇ, ਕਿਹੜੇ ਕੰਮ ਹੋਏ, ਕਿਹੜੇ ਰਹਿੰਦੇ, ਕਿਹੜੇ ਕਿਉਂ ਨਹੀਂ ਹੋਏ। ਉਹ ਡਰਦਾ ਮਾਰਾ ਚੋਣਾਂ ਹੀ ਨਹੀਂ ਕਰਾ ਰਿਹਾ। ਯੂਨੀਵਰਸਿਟੀ ਨੂੰ ਬੰਦ ਕੀਤਾ, ਸਕੂਲ ਖੁੱਲ੍ਹ ਗਏ ਦੇਸ਼ਾਂ ਵਿਦੇਸ਼ਾਂ 'ਚ। ਕਿਤੇ ਹੈ ਕਿ 1.5 ਸਾਲ ਹੋ ਗਿਆ ਯੂਨੀਵਰਸਿਟੀ ਬੰਦ ਪਈ ਨੂੰ? ਕਿੱਥੇ ਕਿਹੜੇ ਦੇਸ਼ ਦੇ ਵਿੱਚ ਤੁਸੀਂ ਦੱਸੋ? ਨਹੀਂ ਸਕੂਲ ਨਹੀਂ ਬੰਦ ਹੋਏ, ਕਿਤੇ 50 ਦਿਨ ਹੋਇਆ, ਕਿਤੇ 100 ਦਿਨ ਬੰਦ ਹੋਇਆ। ਸਾਡੇ ਇਹੋ ਜਿਹਾ ਭੂਤਵਾੜਾ ਬਣਾ ਦਿੱਤਾ, ਉੱਲੂ ਬੋਲ ਰਹੇ ਆ, ਕੋਈ ਕੰਮ ਨਹੀਂ ਚੱਲ ਰਿਹਾ। 1.5 ਸਾਲ ਹੋ ਗਿਆ, ਅਜੇ ਵੀ ਯੂਨੀਵਰਸਿਟੀ ਨੂੰ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ। ਇਹਦਾ ਮਤਲਬ ਤਾਂ ਇਹੀ ਅਸੀਂ ਕੱਢਦੇ ਹਾਂ ਸਾਫ਼ ਕਿ ਇਸ ਵੀਸੀ ਨੂੰ ਇਸ ਲਈ ਭੇਜਿਆ
ਕਿ ਪਹਿਲਾਂ ਤਾਂ ਇਹਦਾ ਸਿਸਟਮ ਖਤਮ ਕੀਤਾ ਜਾਏ, ਫਿਰ ਇਸ ਯੂਨੀਵਰਸਿਟੀ ਨੂੰ ਜੋ ਕੱਲ ਸੀਤਾਰਮਨ ਕਹਿ ਰਹੀ ਹੈ ਮੈਡਮ, PPP ਮੋਡ 'ਚ ਪਾ ਦਿੱਤਾ ਜਾਵੇ, ਫਿਰ ਇਸ ਨੂੰ ਦੇ ਦਿੱਤਾ ਜਾਵੇ ਕਿਸੇ ਕਾਰਪੋਰੇਟ ਘਰਾਣੇ ਨੂੰ। ਪ੍ਰਾਈਮ ਪ੍ਰਾਪਰਟੀ ਹੈਗੀ ਆ, ਬਹੁਤ ਵੱਡੀ ਇਹ ਪ੍ਰਾਪਰਟੀ 2 ਸੈਕਟਰਾਂ 'ਚ ਫੈਲੀ ਆ। ਚੰਡੀਗੜ੍ਹ ਇੱਕ ਬਹੁਤ ਹੀ ਆਈਡੀਅਲੀ ਲੋਕੇਟਡ ਸ਼ਹਿਰ ਹੈਗਾ। ਮੈਨੂੰ ਲੱਗਦਾ ਕਿ ਇਸ ਨੂੰ, ਇਹ ਯੂਨੀਵਰਸਿਟੀ ਨੂੰ ਵਧਣ ਫੁੱਲਣ ਤੇ ਨਵੀਆਂ ਮੰਜ਼ਿਲਾਂ ਛੂਹਣ ਦੇ ਮਕਸਦ ਦੇ ਨਾਲ ਨਹੀਂ ਲਾਇਆ ਗਿਆ, ਸਗੋਂ ਇਸ ਕਰਕੇ ਲਾਇਆ ਗਿਆ ਕਿ ਇਹ ਯੂਨੀਵਰਸਿਟੀ ਕਿਵੇਂ ਕਿਸੇ ਕਾਰਪੋਰੇਟ ਘਰਾਣੇ ਦੇ ਹੱਥ ਫੜਾਉਣੀ ਆ। ਜੇ ਪੰਜਾਬ ਦੇ ਸਿਆਸਤਦਾਨਾਂ ਦੀ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਯੂਨੀਵਰਸਿਟੀ 'ਚ ਤਾਂ ਪੰਜਾਬ ਦੇ ਵੀ 60-40 ਦੇ ਰੇਸ਼ੋ ਦੇ ਹਿਸਾਬ ਨਾਲ ਹਿੱਸਾ, ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਿੱਥੋਂ ਤੱਕ ਸੂਬਿਆਂ ਦੀਆਂ ਸਰਕਾਰਾਂ, ਉਹਨਾਂ ਦਾ ਹਾਲ ਵੀ ਬਹੁਤ ਮਾੜਾ। ਪੰਜਾਬ ਸਰਕਾਰ ਨੇ 60% ਨਹੀਂ 40% ਪੰਜਾਬ ਸਰਕਾਰ ਨੇ ਦੇਣਾ ਹੁੰਦਾ ਇਹਦੇ ਬਜਟ 'ਚ, 60% ਯੂਟੀ ਤੇ ਸੈਂਟਰ ਨੇ ਮਿਲ ਕੇ ਦੇਣਾ ਹੁੰਦਾ। ਪੰਜਾਬ ਸਰਕਾਰ ਆਪਣਾ ਹਿੱਸਾ ਕਦੀ ਵੀ ਨਹੀਂ ਦਿੰਦੀ, ਕਦੀ 30 ਕਰੋੜ ਕਦੀ 20 ਕਰੋੜ ਉੱਕਾ ਪੁੱਕਾ ਫੜਾਉਂਦੀ ਹੈ, ਜਿਹੜਾ ਕਿ ਜਿੰਨਾ ਉਹਨਾਂ ਦਾ ਹਿੱਸਾ ਬਣਦਾ ਉਹਦਾ ਬਹੁਤ ਥੋੜਾ ਇੱਕ ਅੰਸ਼ਕ ਹੀ ਬਣਦਾ। ਇਸ ਲਈ ਇਹ ਯੂਨੀਵਰਸਿਟੀ ਨਹੀਂ, ਜਿਹੜੀਆਂ ਉਹਨਾਂ ਦੀਆਂ ਪੰਜਾਬ 'ਚ ਯੂਨੀਵਰਸਿਟੀਆਂ, ਪੰਜਾਬੀ ਯੂਨੀਵਰਸਿਟੀ ਤੇ 800 ਕਰੋੜ ਰੁਪਈਆ ਸਿਰ ਤੇ ਕਰਜ਼ਾ ਜਮ੍ਹਾਂ ਹੋਇਆ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਬੁਰਾ ਹਾਲ, ਕਿਸੇ ਨੂੰ ਵੀ ਉਹ ਪੈਸਾ ਇਸ ਤਰੀਕੇ ਦਾ ਦਿੰਦੇ ਨਹੀਂ ਹੈਗੇ। ਪੰਜਾਬ ਗੌਰਮੈਂਟ ਵੀ, ਕੋਈ ਵੀ ਆਵੇ, ਇਹ ਨਹੀਂ ਕਿ ਕਾਂਗਰਸ ਨਹੀਂ ਦਿੰਦੀ ਤੇ ਅਕਾਲੀ ਦਲ ਬਹੁਤ ਦਿੰਦਾ। ਜਾਣੀ ਸਾਡੀਆਂ ਸਰਕਾਰਾਂ ਦਾ ਬੜੀ ਮਾੜੀ ਗੱਲ ਹੈ, ਬਹੁਤ ਹੀ ਇੱਕ ਜਾਣੀ ਦੁੱਖ ਦੇਣ ਵਾਲੀ ਗੱਲ ਹੈਗੀ ਹੈ ਕਿ ਜੇ ਕੋਈ ਬਜਟ ਕੱਟਣਾ ਹੁੰਦਾ ਤੇ ਸਭ ਤੋਂ ਪਹਿਲਾਂ ਬਜਟ ਕੱਟਿਆ ਜਾਂਦਾ ਪੜ੍ਹਾਈ ਲਿਖਾਈ ਦਾ, ਔਰ ਫਿਰ ਬਜਟ ਕੱਟਿਆ ਜਾਂਦਾ ਸਿਹਤ ਸੇਵਾਵਾਂ ਦਾ, ਜਿਹੜੀਆਂ ਕਿ ਸਾਰੀ ਦੁਨੀਆ ਦੇ ਵਿੱਚ ਕਿਸੇ ਵੀ ਜਮਹੂਰੀ ਸਿਸਟਮ ਦੇ ਵਿੱਚ ਲੋਕਾਂ ਦੇ ਮੁੱਢਲੇ ਅਧਿਕਾਰ ਵਜੋਂ ਮੁਫਤ ਦਿੱਤੀਆਂ ਜਾਂਦੀਆਂ। ਕਈ ਦੇਸ਼ਾਂ ਦੇ ਵਿੱਚ ਇਕੱਲੀ ਪੜ੍ਹਾਈ ਹੀ ਮੁਫਤ ਨਹੀਂ ਦਿੱਤੀ ਜਾਂਦੀ, ਨਾਲ ਉਹਨਾਂ ਨੂੰ ਬੱਚਿਆਂ ਨੂੰ ਵਜ਼ੀਫਾ ਦਿੱਤਾ ਜਾਂਦਾ ਵੱਡੇ ਪੱਧਰ ਤੇ। ਇਹ ਨਹੀਂ ਕਿ ਮੈਰਿਟ ਵੈਲਿਊਸ਼ਿਪ ਉਂਝ ਹੀ ਕਿ ਜਿਹੜਾ MA ਕਰੂਗਾ ਸਾਰਿਆਂ ਨੂੰ ਅਸੀਂ ਵਜ਼ੀਫਾ ਦੇਵਾਂ। ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਜੋ ਸਾਡੇ ਹਾਲਾਤ ਬਣਾਏ ਹੋਏ ਆ ਕਿ 500 ਦਿਨ ਸਕੂਲ ਕਾਲਜ ਬੰਦ ਕੀਤਿਆਂ ਨੂੰ ਹੋ ਗਏ ਆ, ਅਜੇ ਵੀ ਖੋਲ੍ਹਣ ਦਾ ਨਾਂ ਨਹੀਂ ਲੈ ਰਹੇ। ਤੀਜੀ ਲਹਿਰ ਆ ਗਈ, ਤੀਜੀ ਵੇਵ ਆ ਗਈ, ਡਰਾ ਕੇ ਲੋਕਾਂ ਨੂੰ ਅੰਦਰ ਵਾੜਿਆ। ਅੱਧੇ ਬੱਚੇ ਰਸਤੇ ਤੋਂ ਭਟਕ ਗਏ ਹੋਣਗੇ, ਉਹਨਾਂ ਨੂੰ ਦੁਬਾਰਾ ਸਿਸਟਮ 'ਚ ਲਿਆਉਣਾ ਮੁਸ਼ਕਿਲ ਹੋ ਜਾਊਗਾ। ਟੀਚਰਾਂ ਦਾ ਪੜ੍ਹਾਉਣ ਦਾ ਬਿਲਕੁਲ ਜਿਹੜਾ ਤਵੱਜੋ ਸੀਗੀ ਜਾਂ ਉਹਨਾਂ ਦੀ ਆਦਤ ਸੀ, ਉਹ ਸਾਰੀ ਖਤਮ ਹੋ ਗਈ। ਉਹਨਾਂ ਨੂੰ ਦੁਬਾਰਾ ਲਾਈਨ 'ਤੇ ਡਿਸਪਲਿਨ ਕਰਨਾ, ਉਸ ਡਿਸਪਲਿਨ 'ਚ ਆਉਣਾ ਕਿੰਨਾ ਟਾਈਮ ਲੱਗੂਗਾ। ਇਹਨਾਂ ਨੂੰ ਕੋਈ ਪਰਵਾਹ ਨਹੀਂ, ਮੌਜਾਂ ਕਰਦੇ ਆ, ਐਡੀ ਵੱਡੀ ਸਟੇਟ ਦੇ ਰਾਜੇ ਬਣੇ ਹੋਏ ਆ। ਆਹ ਲੋਕ ਬੈਠੇ ਆ ਲਗਾਤਾਰ, ਕਿੰਨੀ ਵਾਰੀ ਪ੍ਰੋਟੈਸਟ, 15 ਦਿਨ ਤੇ ਹੁਣ ਲਗਾਤਾਰ ਪ੍ਰੋਟੈਸਟ ਕਰਦਿਆਂ ਨੂੰ ਹੋ ਗਏ। ਝੂਠੇ ਵਾਅਦੇ ਕਰਕੇ ਮੋਦੀ ਵਾਂਗੂ ਚਲੇ ਜਾਂਦੇ ਆ, ਕੋਈ ਉਹ ਆਨਰ ਨਹੀਂ ਹੁੰਦਾ। ਪਿਛਲੀ ਵਾਰੀ ਮੁਜ਼ਾਹਰੇ 'ਚ ਸਾਨੂੰ ਕਿਹਾ ਸੀ ਕਿ 12 ਸਤੰਬਰ ਦੀ ਫੈਸਲਾ ਕਰ ਲਿਆ VC ਨੇ ਚੋਣਾਂ ਕਰਾਉਣ ਦਾ। ਹੁਣ ਅੱਜ ਅਖਬਾਰਾਂ 'ਚ ਦਿੱਤਾ, ਕਿਉਂਕਿ ਪਤਾ ਸੀ ਅੱਜ ਵੱਡਾ ਮੁਜ਼ਾਹਰਾ ਹੋਣਾ, ਕਿ ਜਾਂ ਤੇ ਜੀ 19 ਸਤੰਬਰ ਨੂੰ ਹੋਣਗੇ ਜਾਂ 26 ਸਤੰਬਰ ਨੂੰ ਹੋਣ, ਉਹ ਵੀ ਪੱਕੀ ਤਰੀਕ ਨਹੀਂ ਅਜੇ। ਇਹ ਲੋਕ ਇਸੇ ਕਰਕੇ ਗੁੱਸੇ 'ਚ ਸਾਰਾ ਕਹਿ ਰਿਹਾ ਕਿ ਇਹ VC ਚੋਣਾਂ ਨਹੀਂ ਕਰਾਉਣਾ ਚਾਹੁੰਦਾ। ਜਿਸ ਦਿਨ ਚੋਣਾਂ ਹੋ ਗਈਆਂ, ਸੈਨੇਟ ਹੋ ਗਈ, ਜਿਵੇਂ ਪਾਰਲੀਮੈਂਟ ਨੂੰ ਜਵਾਬ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦੇਣਾ ਪੈਂਦਾ, ਇਹਨੂੰ ਵੀ VC ਨੂੰ ਇਸ ਸਾਡੀ ਸੈਨੇਟ ਨੂੰ ਜਵਾਬਦੇਹੀ ਹੋਊਗੀ, ਜਵਾਬ ਦੇਣਾ ਪਊਗਾ। ਉਦੋਂ ਡਰਦਾ ਮਾਰਾ ਹੀ ਨਹੀਂ ਚੋਣਾਂ ਕਰਾ ਰਿਹਾ। ਜਿਹੜੀ ਹਾਇਰ ਐਜੂਕੇਸ਼ਨ ਆ ਗਈ, ਉਹ ਕਿਸੇ ਸਮਾਜ ਦੀ ਬਰਾਬਰਤਾ ਦੇ ਲਈ, ਤਰੱਕੀ ਦੇ ਲਈ ਜ਼ਰੂਰੀ ਹੁੰਦੀ ਹੈ। ਕੇਂਦਰ ਸਰਕਾਰ ਦੀ ਗੱਲ ਕਰਦੇ ਆ ਤਾਂ ਜਿਸ ਤਰ੍ਹਾਂ ਦੇ ਵਾਈਸ ਚਾਂਸਲਰ ਲਾਏ ਜਾ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ, ਤੇ ਜਿਸ ਤਰ੍ਹਾਂ ਦੇ ਵਹਿਮ ਭਰਮ ਦਾ ਮੁਜ਼ਾਹਰਾ ਵੀ ਉਹ ਕਰ ਰਹੇ ਨੇ, ਪੰਜਾਬ ਯੂਨੀਵਰਸਿਟੀ ਦੇ VC ਦੀ ਵੀ ਗੱਲ ਹੁੰਦੀ ਹੈ, ਤੇ ਸੂਬਾ ਸਰਕਾਰਾਂ ਫੰਡ ਨਹੀਂ ਦੇ ਰਹੀਆਂ। ਇਸ ਪਾਲਿਸੀ ਦੇ ਉੱਪਰ ਕਿਉਂ ਚੱਲ ਰਹੀਆਂ ਨੇ ਸਰਕਾਰਾਂ ਜਿਹੜੀਆਂ ਨੇ? ਇੱਕ ਤੇ ਦੇਖੋ, ਬੜੀ ਗੱਲ ਸਾਫ਼ ਆ ਕਿ ਸਾਰੀਆਂ ਸਰਕਾਰਾਂ ਆਮ ਕਰਕੇ ਇਹ ਸੋਚ ਰਹੀਆਂ, ਆਮ ਕਰਕੇ ਬਹੁਤੀਆਂ ਸਰਕਾਰਾਂ ਕਹਿ ਲਓ, ਜੇ ਸਾਰੀਆਂ ਨਹੀਂ ਤੇ ਉਹ ਇਹ ਸੋਚਦੀਆਂ ਕਿ ਜਿੰਨੇ ਵੀ ਲੋਕ ਕਮਜ਼ੋਰ ਰਹਿਣਗੇ, ਲਾਚਾਰ ਰਹਿਣਗੇ, ਲਤਾੜੇ ਰਹਿਣਗੇ, ਨਿਰਬਲ ਰਹਿਣਗੇ, ਔਰ ਉਹ ਇਨਲਾਈਟਨਡ ਨਹੀਂ ਹੋਣਗੇ, ਬੁੱਧੂ ਹੋਣਗੇ, ਜਿਹਨੂੰ ਇੰਜ ਕਹਿ ਲਓ, ਬੇਵਕੂਫ ਹੋਣਗੇ, ਉਹਨਾਂ ਹੀ ਉਹਨਾਂ ਨੂੰ ਉਹਨਾਂ 'ਤੇ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਵਾਂਗੂ ਰਾਜ ਕਰਨਾ ਸੌਖਾ ਹੋਊਗਾ। ਮੈਨੂੰ ਤਾਂ ਲੱਗਦਾ ਇਹ ਤੋਂ ਇਲਾਵਾ ਹੋਰ ਕੋਈ ਮਨਸਾ ਨਹੀਂ ਹੈ। ਪਰ ਇਹੀ ਮਨਸਾ ਜੇ ਇਸ ਤਰ੍ਹਾਂ ਹੋਊਗੀ ਤੇ ਅਫਗਾਨਿਸਤਾਨ ਸਾਹਮਣੇ ਦੇਖ ਲੈਣ, ਉੱਥੇ ਕਿਸੇ ਕਿਸਮ ਦਾ ਵਿਕਾਸ ਨਹੀਂ ਹੋਣ ਦਿੱਤਾ। ਅੱਜ ਸਾਰੀ ਜਨਤਾ ਇੱਕ ਪਾਸੇ ਤੇ ਉੱਥੇ ਭੁੱਖੀ ਬੀਜੀ ਹੋਈ ਹੈ। 63,000 ਕਰੋੜ 63,000 ਕੁਇੰਟਲ ਉੱਥੇ ਫੀਮ ਪੈਦਾ ਹੋਣੀ ਹੈ ਐਤਕੀ। ਇਹਦੇ ਤੋਂ ਉੱਪਰ ਵੀ ਹੋ ਸਕਦੀ ਹੈ, ਜੋ ਕੋਈ 8,000 ਕੁਇੰਟਲ ਵੀ ਕਹਿੰਦਾ ਆ। ਇੰਨੀ ਵੱਡੀ ਪੱਧਰ ਦੇ ਉੱਤੇ ਭੁੱਕੀ ਜਿਹੜੀ ਆ ਉਹ ਪੈਦਾ ਹੁੰਦੀ ਆ। ਉਹ ਨਸ਼ਿਆਂ ਦੇ ਉੱਤੇ ਸਾਰੇ ਲੋਕ ਕੁਛ ਲੱਗ ਗਏ, ਕੁਛ ਉੱਤੇ ਨਸ਼ਿਆਂ ਦਾ ਵਪਾਰ, ਇਹੀ ਵੱਡੀ ਇਕਨੋਮੀ ਬਣ ਗਈ ਉੱਥੇ।
ਔਰ ਉਹਨੂੰ ਵੇਚ ਕੇ ਬੰਦੂਕਾਂ ਚੱਕ ਲਈਆਂ। ਔਰ ਬੰਦੂਕਾਂ ਦਾ ਹਾਲਤ ਇਹ ਹੈ ਕਿ ਅੱਜ ਉਹਨਾਂ ਨੇ ਅਮਰੀਕਾ ਦੀ ਤੇ ਇੰਗਲੈਂਡ ਦੀ ਦੋਵਾਂ ਦੇ ਦੇਸ਼ਾਂ ਦੀਆਂ ਗੋਡਣੀਆਂ ਲਵਾਈਆਂ, ਭੱਜ ਗਏ ਦੁੰਬ ਦਬਾ ਕੇ ਉੱਥੋਂ। ਉਹ ਕਹਿੰਦੇ ਕਿ ਇਹਨਾਂ ਨਾਲ ਅਸੀਂ ਗੱਲ ਨਹੀਂ ਕਰ ਸਕਦੇ। ਇਹ ਸਾਡੇ ਦੇਸ਼ 'ਚ ਆਉਣ ਵਾਲੇ ਹਾਲਾਤ ਇਹੋ ਜਿਹੇ ਬਣਨ ਵਾਲੇ ਆ। ਜੇ ਇਹਨਾਂ ਦੇਸ਼ ਨੂੰ ਨਾ ਸਾਂਭਿਆ, ਇਹ ਨੌਜਵਾਨ ਬੇਬਰੋ ਦੇ ਰਸਤੇ ਤੋਂ ਭਟਕ ਕੇ ਬੰਦੂਕਾਂ ਚੱਕਣਗੇ। ਦੇਸ਼ ਦੇ ਵਿੱਚ ਇੱਕ ਖਾਸ ਕਿਸਮ ਦੀ, ਜਿਹਨੂੰ ਤੁਸੀਂ ਕਹਿੰਦੇ ਆ ਅਫਰਾ ਤਫਰੀ, ਕੋਈ ਗੈਰ ਕਾਨੂੰਨ ਟਾਈਪ ਚੱਲੂਗਾ ਸਾਰਾ ਕੁਛ। ਔਰ ਜਿਹਨੂੰ ਜੇ ਮੈਂ ਸਖਤ ਸ਼ਬਦ ਵਰਤਾਂ ਤੇ ਖਾਨਾ ਜੰਗੀ ਵਾਲੀ ਦੇਸ਼ ਦੇ ਵਿੱਚ ਹਾਲਾਤ ਬਣਨਗੇ। ਇਹ ਮੈਂ ਅੱਜ ਦਾ ਨਹੀਂ ਕਹਿ ਰਿਹਾ, 3-4 ਸਾਲ ਤੋਂ ਕਹਿ ਰਿਹਾ। ਪਰ ਜਿਵੇਂ ਜਿਵੇਂ ਹਾਲਾਤ ਇੱਥੇ ਪੈਦਾ ਹੋ ਰਹੇ ਆ, ਮੈਨੂੰ ਲੱਗਦਾ ਕਿ ਇਹ ਤੇਜ਼ੀ ਨਾਲ ਦੇਸ਼ ਨੂੰ ਉੱਧਰ ਨੂੰ ਤੋਰਿਆ ਜਾ ਰਿਹਾ। ਕਿਉਂਕਿ ਜੇ ਲੋਕਾਂ ਨੂੰ ਤੁਸੀਂ ਨੌਕਰੀ ਨਹੀਂ ਦਿਓਗੇ, ਉਹਨਾਂ ਦਾ ਭਵਿੱਖ ਦੇ ਵਿੱਚ ਕੋਈ ਉਮੀਦ ਨਹੀਂ ਜਗਾਓਗੇ, ਉਹਨਾਂ ਨੂੰ ਪੜ੍ਹਾਓਗੇ ਨਹੀਂ, ਡੈਮੋਕ੍ਰੇਸੀ ਚੱਲੂਗੀ ਨਹੀਂ, ਤਾਂ ਇਹਦਾ ਮਤਲਬ ਡੈਮੋਕ੍ਰੇਸੀ ਦੇ ਨਾਂ 'ਤੇ ਵੋਟਾਂ ਇਕੱਠੀਆਂ ਕਰਕੇ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਆ। ਸਾਰੀ ਸੱਤਾ ਕੁਝ ਕੁ ਚੰਦ ਕੁ ਲੋਕਾਂ ਦੇ ਹੱਥ 'ਚ ਦੇਣਾ ਚਾਹੁੰਦੇ ਆ, ਭਾਵੇਂ ਉਹ ਰਾਜਨੀਤਿਕ ਸੱਤਾ ਹੋਵੇ, ਆਰਥਿਕ ਸੱਤਾ ਹੋਵੇ, ਸਮਾਜਿਕ ਸੱਤਾ ਹੋਵੇ, ਉਸ ਨੂੰ ਧਾਰਮਿਕ ਸੱਤਾ ਹੋਵੇ, ਉਹ ਚੰਦ ਕੁ ਲੋਕਾਂ ਦੇ ਹੱਥ 'ਚ ਦੇ ਕੇ ਤੁਸੀਂ ਬਾਕੀ ਦਿਆਂ ਨੂੰ ਡੰਡਿਆਂ ਦੇ ਨਾਲ ਇੱਥੇ ਰਾਜ ਕਰਨਾ ਚਾਹੁੰਦੇ ਆ। ਤੇ ਉਹ ਡੰਡੇ ਹੀ ਕਿਹੜੇ ਵੇਲੇ ਬੰਦੂਕਾਂ 'ਚ ਬਦਲ ਜਾਣਗੇ, ਉਹ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ। ਕਿ ਤੁਸੀਂ ਫਿਰ ਜਿਹੜੇ ਲੋਕਾਂ ਨੂੰ ਪਾਕਿਸਤਾਨ ਤੇ ਦੂਜੇ ਦੇਸ਼ਾਂ 'ਚ ਭੇਜਦੇ ਆ, ਤੁਸੀਂ ਖੁਦ ਜਾ ਕੇ ਇੱਥੋਂ ਭੱਜ ਕੇ, ਜਿਵੇਂ ਅਸ਼ਰਫ ਗਨੀ ਜਾ ਕੇ ਬਾਹਰਲੇ ਦੇਸ਼ 'ਚ ਭੱਜਿਆ, ਇਹ ਇੰਜ ਭੱਜਣਗੇ। ਪਹਿਲਾਂ ਹੀ ਆਪਣਾ, ਵੈਸੇ ਮੋਦੀ ਨੇ ਤੇ ਆਪਣਾ ਹਵਾਈ ਜਹਾਜ਼ ਪਹਿਲਾਂ ਹੀ ਖਰੀਦ ਲਿਆ। ਜਦੋਂ ਗੱਲ ਆਉਂਦੀ ਹੈਗੀ ਕਿ ਕਿਸੇ ਸਮੇਂ ਫੈਡਰਲ ਸਟਰਕਚਰ ਨੂੰ ਲੈ ਕੇ ਧਰਨੇ ਚੱਲਦੇ ਰਹੇ ਨੇ, ਸੂਬਿਆਂ ਦੇ ਵੱਧ ਅਧਿਕਾਰਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ, ਪਰ ਖੇਤੀ ਕਾਨੂੰਨ ਆਉਂਦੇ ਨੇ, ਬਿਜਲੀ ਸੋਧ ਬਿੱਲ ਸੰਸਦ ਦੇ ਬਜਟ ਦੇ ਵਿੱਚ ਆਉਂਦਾ ਗਾ, ਤੇ ਨਾਲੋਂ ਨਾਲ ਯੂਨੀਵਰਸਿਟੀਆਂ ਦੀ ਜਿਹੜੀ ਗੱਲ ਆਉਂਦੀ ਹੈ, ਪੰਜਾਬ ਯੂਨੀਵਰਸਿਟੀ ਦੀ ਗੱਲ ਆਉਂਦੀ ਹੈ ਜਾਂ JNU ਦੀ ਗੱਲ ਆਉਂਦੀ ਹੈ, ਪਰ ਸੂਬਾ ਸਰਕਾਰਾਂ ਚੁੱਪ ਨੇ ਤਮਾਮ ਮਸਲਿਆਂ ਤੇ। ਉਸ ਤਰ੍ਹਾਂ ਦਾ ਵਿਰੋਧ ਨਹੀਂ ਜਤਾਇਆ ਜਾ ਰਿਹਾ ਜਿਸ ਤਰ੍ਹਾਂ ਦਾ ਜਤਾਉਣ ਦੀ ਜ਼ਰੂਰਤ ਹੈ। ਦੇਖੋ, ਕੁਛ ਤੇ ਇਹੋ ਜਿਹੀਆਂ ਪਾਰਟੀਆਂ ਹੈਗੀਆਂ ਜਿਹਦੇ ਵਿੱਚ BJP ਤੇ ਕਾਂਗਰਸ ਖਾਸ ਕਰਕੇ ਜਿਹੜੀ ਸੱਤਾ ਦੇ ਕੇਂਦਰੀਕਰਨ ਦੇ ਵਿੱਚ ਖੁਸ਼ ਹੁੰਦੀਆਂ, ਤਾਂ ਕਿ ਉਹ ਦਿੱਲੀ ਤੋਂ ਸਾਰੇ ਦੇਸ਼ ਨੂੰ ਰਾਜ ਕਰ ਸਕਣ। ਪਰ ਜਿਹੜੀਆਂ ਰੀਜਨਲ ਪਾਰਟੀਆਂ, ਉਹਨਾਂ ਦਾ ਹਿੱਤ ਇਸ ਗੱਲ ਦੇ ਵਿੱਚ ਆ ਕਿ ਸੂਬਿਆਂ ਦਾ ਜਿਹੜੇ ਵੱਧ ਅਧਿਕਾਰਾਂ ਦੀ ਲੜਾਈ ਲੜਨ। ਹੁਣ ਅਕਾਲੀ ਦਲ ਆ, ਅਕਾਲੀ ਦਲ ਦੇ ਪ੍ਰੋਗਰਾਮ 'ਚ ਪਾਰਟੀ ਦੇ ਪਹਿਲੇ ਪੈਰੇ 'ਚ ਹੀ ਲਿਖਿਆ ਹੋਇਆ ਮੋਟਾ ਕਰਕੇ ਕਿ ਅਸੀਂ ਸੂਬਿਆਂ ਦੇ ਵੱਧ ਅਧਿਕਾਰਾਂ ਲਈ ਲੜਾਂਗੇ। ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ 1973 ਵਾਲਾ ਤੁਸੀਂ ਜਾਣਦੇ ਆ, ਉਹ ਸੂਬਿਆਂ ਦੇ ਵੱਧ ਅਧਿਕਾਰ ਦਾ ਰੈਜ਼ੋਲੂਸ਼ਨ ਆ। ਪਰ ਜਦੋਂ ਉਹਨੂੰ ਲਾਗੂ ਕਰਨ ਦੀ ਗੱਲ ਆਉਂਦੀ ਹੈ ਤਾਂ 25 ਸਾਲ ਇਹ ਜਾ ਕੇ 9 ਮਾਰਚ ਦਾ ਰਿਸ਼ਤਾ BJP ਨਾਲ ਬਣਾਈ ਬੈਠੇ ਰਹੇ। ਜੇ ਸਾਡੀਆਂ ਰਾਜਨੀਤਿਕ ਪਾਰਟੀਆਂ ਇੰਨੇ ਸੌੜੇ ਹਿੱਤਾਂ ਦੇ ਨਾਲ ਚੱਲਣਗੀਆਂ, ਇੰਨਾ ਆਪਣੇ ਨਿੱਜੀ ਮਫਾਦ ਨੂੰ ਅੱਗੇ ਰੱਖ ਕੇ ਦੇਸ਼ ਦੇ ਲੋਕਤੰਤਰ ਨੂੰ ਚਲਾਉਣ ਦੀਆਂ ਕਸਮਾਂ ਖਾਣਗੇ ਜਾਂ ਉਹਦੀਆਂ ਡੀਂਗਾਂ ਮਾਰਨਗੇ, ਤਾਂ ਫਿਰ ਉਹ ਸੱਤਾ ਦੇ ਵਿੱਚ ਤੇ ਆ ਜਾਣਗੇ, ਪਰ ਇੱਥੇ ਲੋਕਤੰਤਰ ਨਹੀਂ ਬਚਾ ਪਾਉਣਗੇ, ਨਾ ਇੱਥੋਂ ਦਾ ਫੈਡਰਲ ਢਾਂਚਾ, ਸੰਘੀ ਢਾਂਚੇ ਨੂੰ ਬਚਾ ਪਾਉਣਗੇ। ਇਹ ਹਾਲਾਤ ਬੜੇ ਸਾਫ਼-ਸਾਫ਼ ਨਜ਼ਰ ਆ ਰਹੇ। ਆਖਰੀ ਸਵਾਲ ਹੈ ਕਿ ਅੰਦੋਲਨ ਹੁਣ ਇਸ ਸਮੇਂ ਯੂਨੀਵਰਸਿਟੀ ਦੀਆਂ ਬਰੂਹਾਂ 'ਚ ਚੱਲ ਰਿਹਾ ਹੈ, ਕੀ ਇਸ ਅੰਦੋਲਨ ਨੂੰ ਪਿੰਡਾਂ ਤੱਕ ਜਾਂ ਬਾਕੀ ਹਿੱਸਿਆਂ ਤੱਕ ਪਹੁੰਚਾਇਆ ਜਾਊਗਾ? ਰੂਪਰੇਖਾ ਕੀ ਰਹੂਗੀ ਇਸ ਇਹ ਅੰਦੋਲਨ? ਬਹੁਤ ਤਕੜੀ ਤੁਸੀਂ ਗੱਲ ਕਹੀ ਹੈ। ਔਰ ਜਿਹੜਾ ਭਾਵੇਂ ਆਖਰੀ ਸਵਾਲ ਮੇਰਾ ਖਿਆਲ ਸਭ ਤੋਂ ਪਹਿਲਾ ਸਵਾਲ ਹੋਣਾ ਚਾਹੀਦਾ ਸੀਗਾ, ਮੈਨੂੰ ਅੱਜ ਦੇ ਮਜ਼ਾਰੇ ਤੋਂ ਦਿਖ ਰਿਹਾ ਕਿ ਜੋ ਚਵਾਤੀ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਦੇਸ਼ ਦੇ ਕਿਸਾਨਾਂ 'ਚ ਲਾ ਕੇ, ਜਾਗਰਤੀ ਭਰ ਕੇ, ਇੱਕ ਡਿਸਪਲਿਨਡ ਤਾਕਤ ਬਣ ਕੇ ਦਿੱਲੀ ਦੀ ਸਰਕਾਰ ਨੂੰ ਵੰਗਾਰ ਕੇ ਰੱਖਿਆ ਤੇ ਅਮਿਤ ਸ਼ਾਹ ਮੀਟਿੰਗਾਂ ਕਰਦਾ ਫਿਰਦਾ, ਤੇ ਅੱਜ ਪੰਜਾਬ ਦੀ ਸਰਕਾਰ ਨੂੰ 5 ਦਿਨਾਂ 'ਚ ਗੋਠੜੀਆਂ ਲਵਾ ਕੇ 360 ਰੁਪਏ ਕੁਇੰਟਲ ਗੰਨੇ ਦਾ ਭਾਅ, ਸਾਰੇ ਦੇਸ਼ ਤੋਂ ਜ਼ਿਆਦਾ ਭਾਅ ਲੈ ਕੇ ਬੈਠ ਗਏ ਆ। ਕੁਛ ਬਹੁਤਾ ਉਹਨਾਂ ਨੂੰ ਤਰੱਦਦ ਨਹੀਂ ਕਰਨਾ ਪਿਆ, ਕਿਉਂਕਿ ਸੱਤਾ ਦਾ ਤਵਾਜ਼ਨ ਕਿਸਾਨਾਂ ਕੋਲ ਚਲੇ ਗਿਆ, ਲੋਕਾਂ ਕੋਲ। ਇਹ ਜਿਹੜੇ ਨੌਜਵਾਨ ਖੜੇ ਆ, ਇਹ ਪੂਰੇ ਇਸ ਰੀਜਨ ਲਈ ਇੱਕ ਜਾਗਰਤੀ ਦਾ ਸੋਮਾ ਬਣ ਕੇ ਇੱਥੇ ਇੱਕ ਵੱਡੀ ਮੂਵਮੈਂਟ ਖੜੀ ਕਰਨ ਜਾ ਰਹੇ ਆ। ਮੈਨੂੰ ਉਹ ਦਿਨ ਯਾਦ ਆ ਰਿਹਾ 1968, 1969, 1970, ਜੋ ਕਿ ਨੌਜਵਾਨਾਂ ਦਾ ਔਰ ਖਾਸ ਕਰਕੇ ਵਿਦਿਆਰਥੀਆਂ ਦਾ ਦਹਾਕਾ ਸੀ। 70ਵਾਂ ਪੈਰਿਸ ਦੇ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਹੋ ਰਹੀਆਂ ਸੀ। ਪੰਜਾਬ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ 'ਚ ਮੈਂ ਉੱਥੇ ਸਟੂਡੈਂਟ ਸੀ, ਵੱਡੀਆਂ ਰੈਲੀਆਂ ਹੁੰਦੀਆਂ ਸੀਗੀਆਂ। ਔਰ ਉਸ ਦਹਾਕੇ ਵਾਲਾ ਮਾਹੌਲ ਦੇਸ਼ ਦੇ ਅੰਦਰ ਫਿਰ ਬਣਦਾ ਜਾ ਰਿਹਾ। ਇਹ ਨੌਜਵਾਨ ਸ਼ਕਤੀ ਔਰ ਇਹਨਾਂ 'ਚੋਂ ਉੱਭਰੇ ਹੋਏ ਐਨਲਾਈਟਨਡ ਲੀਡਰ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦੇਣ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ, ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੰਘਰਸ਼ ਹੈ, ਕਿ ਜਿਸ ਤਰ੍ਹਾਂ ਦੀ ਜਾਗਰਤੀ ਨੌਜਵਾਨਾਂ ਦੇ ਵਿੱਚ ਆ ਰਹੀ ਹੈ, ਤਾਂ ਸਿਆਸੀ ਪੱਧਰ ਤੇ ਵੱਡੇ ਬਦਲਾਅ ਕਰਨ ਦੇ ਵੱਲ ਵੀ ਨੌਜਵਾਨ ਵੱਧ ਸਕਦੇ ਨੇ।